ਧੰਨ ਵਾਹਿਗੁਰੂ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜਿਉ। ਧੰਨ ਵਾਹਿਗੁਰੂ ਜੀਓ। ਰਾਮ ਕਲੀ ਘਰ ਦੂਜਾ। ਬਾਣੀ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਬੰਧਚ ਬੰਧਨ ਪਾਇਆ। ਮੁਕਤੈ ਗੁਰ ਅਨਲ ਬੁਝਾਇਆ। ਜਬ ਨਾਖ ਸੇਖ ਇਹ ਮਨ ਚੀਨਾ। ਤਬ ਅੰਤਰ ਮੱਜਨ ਕੀਨਾ। ਪਵਨ ਪਤ ਉਨ ਮਨ ਰਹਿਨ ਖਰਾ। ਨਹੀਂ ਮਿਰਤ ਨਾ ਜਨਮ ਜਰਾ ਰਹਾ। ਉਲਟੀ ਲੈ ਸ਼ਕਤ ਸਹਾਰੰ। ਪੈਸੀ ਲੈ ਗਗਨ ਮਝਾਰੰ। ਬੇਦੀਆ ਲੈ ਚਕਰ ਭੁਅੰਗਾ। ਭੇਟੀਆ ਲੈ ਰਾਏ ਨਿਸੰਗਾ। ਚੂਕੀਆ ਲੈ ਮੋਹ ਮਯਾਸਾ। ਸਸ ਕੀਨੋ ਸੂਰ ਗਿਰਾਸਾ। ਜਬ ਕੁੰਭਕ ਭਰਪੁਰ ਲੀਣਾ। ਤਹਿ ਬਾਜੇ ਅਨਹਦ ਬੀਣਾ। ਬਖਤੈ ਬਾਕੂ ਸ਼ਬਦ ਸੁਨਾਇਆ। ਸੁਨਤੈ ਸੋਨ ਮਨ ਬਸਾਇਆ। ਕਾਰ ਕਰਤਾ ਉਤਰਸ ਪਾਰੰ। ਕਹੈ ਕਬੀਰਾ ਸਾਰੰ। ਕਾਰ ਕਰਤਾ ਉਤਰਸ ਪਾਰੰ। ਕਹੈ ਕਬੀਰਾ ਸਾਰੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ, ਸੱਚੇ ਪਾਤਸ਼ਾਹ
ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਆਪਾਂ ਸਭਨਾਂ ਨੂੰ ਆਪਣੀ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਹਜ਼ੂਰ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਬੜੇ ਹੀ ਪ੍ਰੇਮ ਅਤੇ ਇਕਾਗਰਤਾ ਨਾਲ ਸਰਵਣ ਕੀਤੇ ਨੇ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਰਾਮਕਲੀ ਦੇ ਵਿੱਚੋਂ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 971 ਅਤੇ 72 ਉੱਪਰ ਸੁਭਾਇਮਾਨ ਹੈ। ਸ਼ਬਦ ਦਾ ਸਿਰਲੇਖ ਹੈ, ਰਾਮਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ। ਰਾਗ ਰਾਮਕਲੀ ਦੇ ਵਿੱਚ ਸਵਰ ਅਤੇ ਤਾਲ ਨਾਲ ਸੰਬੰਧਿਤ ਦੂਜੇ ਘਰ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦੀ ਪ੍ਰੇਰਣਾ ਹੈ, ਹਿਦਾਇਤ ਹੈ। ਅਤੇ ਜੋ ਸ਼ਬਦ ਹਨ, ਕੁੱਲ 3 ਸ਼ਬਦ ਦੂਜੇ ਘਰ ਦੇ ਹਨ। ਇਹ ਭਗਤ ਕਬੀਰ ਸਾਹਿਬ ਜੀ ਦੇ ਹਨ। ਸੰਖੇਪ ਮੰਗਲਾਚਰਨ ਮਹਾਰਾਜ ਨੇ ਦਰਜ ਕੀਤਾ, ਏਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਹਿੰਦਸਾ ਇਸ ਗੱਲ ਦਾ ਸੂਚਕ ਹੈ ਵੀ ਇਸ ਸੰਸਾਰ ਨੂੰ ਚਲਾਉਣ ਵਾਲੀ, ਸਿਰਜਣ ਵਾਲੀ, ਜਿਸ ਨੂੰ ਆਪਾਂ ਆਖਦੇ ਹਾਂ ਸੰਚਾਲਕ ਸ਼ਕਤੀ, ਜੋ ਹੈ ਇੱਕ ਬੱਝਵੀਂ ਤਾਕਤ ਹੈ ਔਰ ਇੱਕ ਹੈ, ਉਹ ਖੰਡਿਤ ਹਸਤੀ ਨਹੀਂ। ਉਸ ਵਾਹਿਦ ਸੱਤਾ ਨੂੰ ਹਿੱਸਿਆਂ ਵਿੱਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ। ਉਹ ਨਿਰੰਤਰ ਵਿਦਵਾਨ ਹੈ ਆਪਣੀ ਰਚਨਾ ਦੇ ਵਿੱਚ। ਉਹ ਸਦੀਵ ਕਾਲ ਕਾਇਮ ਰਹਿਣ ਵਾਲੀ ਹਸਤੀ, ਉਸ ਪਰਮੇਸ਼ਰੀ ਸੱਤਾ ਦੀ ਸੋਝੀ ਸਤਿਗੁਰੂ ਦੇ ਉਪਦੇਸ਼, ਸਤਿਗੁਰੂ ਦੀ ਬਖਸ਼ਿਸ਼ ਨਾਲ ਜੁੜ ਕੇ ਹੀ ਜੀਵ ਨੂੰ ਹੁੰਦੀ ਹੈ। ਇਸ ਮੁਬਾਰਕ ਸ਼ਬਦ ਦਾ ਜੋ ਰਹਾਉ ਵਾਲਾ ਬੰਦ ਹੈ, ਭਗਤ ਕਬੀਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਵਨ ਪਤ ਓਨ ਮਨ ਰਹਿਨ ਖਰਾ। ਪਵਨ ਦਾ ਅਰਥ ਹਵਾ ਹੁੰਦਾ ਹੈ। ਹਵਾ ਤੋਂ ਭਾਵ ਹੈ ਜਿਵੇਂ ਹਵਾ ਸਦਾ ਹੀ ਚੰਚਲ ਮੰਨੀ ਜਾਂਦੀ ਹੈ, ਇਸੇ ਤਰ੍ਹਾਂ ਮਨ ਚੰਚਲਤਾਈ ਦਾ ਘਰ ਹੈ। ਇੱਕ ਫੁਰਨਾ ਆਉਂਦਾ ਹੈ, ਮਨੁੱਖ ਦੇ ਹਾਵ ਭਾਵ ਨੇਚਰ ਵਿੱਚ ਫਰਕ ਪੈ ਜਾਂਦਾ ਹੈ। ਦੂਜਾ ਫੁਰਨਾ ਮਨ ਵਿੱਚ ਆ ਜਾਏ ਤੇ ਮਨ ਦੀ ਸਥਿਤੀ, ਸਰੀਰ ਦੀ ਸਥਿਤੀ, ਬੰਦੇ ਦੇ ਸੋਚਣ ਦਾ ਢੰਗ, ਸਾਰਾ ਕੁਝ ਬਦਲ ਜਾਂਦਾ ਹੈ। ਸਾਡੇ ਮਨ ਵਿੱਚ ਜਿਹੋ ਜਿਹਾ ਖਿਆਲ ਪੈਦਾ ਹੁੰਦਾ ਹੈ, ਉਸੇ ਤਰ੍ਹਾਂ ਦਾ ਅਸੀਂ ਫੀਲ ਕਰਦੇ ਹਾਂ, ਮਹਿਸੂਸ ਕਰਦੇ ਹਾਂ। ਪਲ ਵਿੱਚ ਅਸੀਂ ਖੁਸ਼ੀ ਦੇ ਵਿੱਚ ਹੁੰਦੇ ਹਾਂ, ਪਲ ਵਿੱਚ ਅਸੀਂ ਗਮਜ਼ਦਾ ਹੋ ਜਾਂਦੇ ਹਾਂ। ਪਲ ਵਿੱਚ ਹੀ ਸਾਡੇ ਅੰਦਰ ਚੜ੍ਹਦੀ ਕਲਾ ਦਾ ਸੰਚਾਰ ਹੁੰਦਾ ਹੈ, ਪਲ ਵਿੱਚ ਅਸੀਂ ਉਦਾਸ ਤੇ ਮਾਯੂਸ ਹੋ ਜਾਂਦੇ ਹਾਂ। ਖੌਰੇ ਕਿਹੋ ਜਿਹਾ ਖਿਆਲ ਸਾਡੇ ਅੰਦਰ ਚੱਲ ਪਏ। ਕਦੀ ਸਾਡੇ ਅੰਦਰ ਬੜੀ ਬੇਪਰਵਾਹੀ ਹੁੰਦੀ ਹੈ, ਕਦੇ ਅਸੀਂ ਤੰਗ ਦਿਲ ਹੋ ਜਾਂਦੇ ਹਾਂ। ਮਨ ਦੀ ਸਥਿਤੀ ਭਾਵ ਮਨ ਇੱਕ ਥਾਂ ਉੱਤੇ ਟਿਕਿਆ ਹੋਇਆ ਨਹੀਂ। ਜਿਹੋ ਜਿਹਾ ਖਿਆਲ ਅੰਦਰ ਪੈਦਾ ਹੋਇਆ, ਜਿਹੋ ਜਿਹਾ ਫੁਰਨਾ ਉਪਜਿਆ, ਉਹੋ ਜਿਹਾ ਸਾਡਾ ਅੰਦਰ ਦਾ ਅਤੇ ਬਾਹਰ ਦਾ ਇਨਵਾਇਰਮੈਂਟ ਹੁੰਦਾ ਹੈ, ਅਤੇ ਉਸ ਤਰ੍ਹਾਂ ਦਾ ਅਸੀਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕਈ ਵਾਰ ਬੜੀ ਪੁਰਾਣੀ ਗੱਲ ਚੇਤੇ ਆ ਜਾਏ ਤੇ ਮਨੁੱਖ ਖੁਸ਼ ਹੋ ਜਾਂਦਾ ਹੈ, ਭਾਵੇਂ ਉਹਦੀ ਸਥਿਤੀ ਹੁਣ ਦੀ ਬੜੀ ਮਾੜੀ ਹੋਵੇ। ਕਈ ਵਾਰ ਉਹ ਹੁਣ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਹੈ, ਕੋਈ ਪੁਰਾਣਾ ਖਿਆਲ ਉਹਦੇ ਮਨ ਵਿੱਚ ਗੇੜਾ ਲਾ ਗਿਆ ਤਾਂ ਉਸੇ ਵੇਲੇ ਉਹ ਮਾਯੂਸ ਹੋ ਜਾਂਦਾ ਹੈ। ਆਲੇ ਦੁਆਲੇ ਦੇ ਸੰਗੀ ਆਖਦੇ ਨੇ, ਕੀ ਗੱਲ ਏ। ਜਾਨੀ ਮਨ ਦੇ ਅੰਦਰ ਬਾਰੰਬਾਰ ਕੋਈ ਫੁਰਨਾ ਆਉਂਦਾ ਹੈ ਤੇ ਉਹ ਆਪਣਾ ਪ੍ਰਭਾਵ ਛੱਡਦਾ ਹੈ। ਉਸ ਫੁਰਨੇ ਦੇ ਮੁਤਾਬਕ ਮਨੁੱਖ ਮਹਿਸੂਸ ਕਰਦਾ ਹੈ, ਉਹਦੇ ਅੰਦਰ ਦੇ ਸੰਸਾਰ, ਅੰਦਰ ਦੀ ਦੁਨੀਆ ਬਦਲ ਜਾਂਦੀ। ਇਸੇ ਕਰਕੇ ਮਹਾਰਾਜ ਨੇ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਉਹੋ ਜਿਹਾ ਹੀ ਹੋ ਜਾਂਦਾ ਹੈ, ਉਹੋ ਜਿਹਾ ਮਹਿਸੂਸ ਕਰਦਾ ਹੈ, ਉਹੋ ਜਿਹੀ ਖੁਰਾਕ ਲੈਂਦਾ, ਜਿਹੋ ਜਿਹੇ ਖਿਆਲ ਦਾ ਧਾਰਨੀ ਹੋ ਜਾਂਦਾ ਹੈ, ਜਿਹੋ ਜਿਹੇ ਫੁਰਨੇ ਦਾ ਸ਼ਿਕਾਰ ਹੋ ਜਾਂਦਾ ਹੈ। ਹਵਾ ਦੇ ਵੇਗ ਵਾਂਗ ਲਗਾਤਾਰ ਇੱਕ ਸਫ਼ਰ ਕਰਦਾ ਹੈ ਮਨ,
ਸੌਂਦਿਆਂ ਜਾਗਦਿਆਂ ਹਰ ਵੇਲੇ ਚਲਾਏਮਾਨ ਰਹਿੰਦਾ ਹੈ। ਸਰੀਰ ਰੁਕ ਵੀ ਜਾਂਦਾ ਹੈ, ਮਨ ਆਪਣਾ ਸਫ਼ਰ ਕਰਦਾ ਰਹਿੰਦਾ ਹੈ। ਸਰੀਰ ਆਰਾਮ ਵਿੱਚ ਹੈ ਪਰ ਮਨ ਆਰਾਮ ਵਿੱਚ ਨਹੀਂ, ਮਨ ਲਗਾਤਾਰ ਦੌੜ ਰਿਹਾ। ਇਹਦੀ ਦੌੜ ਸਦਾ ਚੱਲਦੀ ਰਹਿੰਦੀ ਹੈ। ਸਭ ਤੋਂ ਕਠਿਨ ਕਾਰਜ ਹੀ ਇਸ ਦੀ ਲਗਾਮ ਨੂੰ ਖਿੱਚਣਾ ਹੈ। ਸਭ ਤੋਂ ਔਖਾ ਕੰਮ ਹੀ ਇਸ ਬੇਮੁਹਾਰੇ ਮਨ ਨੂੰ ਕਿਸੇ ਸੰਜਮ ਵਿੱਚ ਲੈ ਕੇ ਆਉਣਾ ਹੈ, ਕਿਸੇ ਪਰਹੇਜ਼ ਵਿੱਚ ਲੈ ਕੇ ਆਉਣਾ ਹੈ, ਕਿਸੇ ਬੰਦਿਸ਼ ਵਿੱਚ, ਕੰਟਰੋਲ ਵਿੱਚ ਲੈ ਕੇ ਆਉਣਾ ਹੈ। ਇਹੀ ਧਰਮ ਹੈ, ਇਹੀ ਬੰਦਗੀ ਹੈ, ਇਹੀ ਇਬਾਦਤ ਹੈ। ਬਾਕੀ ਸਾਰਾ ਕੁਝ ਹੀ ਕਰਮਕਾਂਡ ਹੈ। ਜਦੋਂ ਅਸੀਂ ਸਤਿਗੁਰੂ ਦੇ ਉਪਦੇਸ਼ ਨੂੰ ਪੜ੍ਹਦੇ ਹਾਂ, ਕਿਤਨੇ ਬਚਨ ਮਹਾਰਾਜ ਨੇ ਮਨ ਨੂੰ ਸਿੱਧੇ ਸੰਬੋਧਨ ਕਰਕੇ ਕਹੇ। ਜੇ ਕਿਤੇ ਮਨੁੱਖ ਨੂੰ ਵੀ ਸੰਬੋਧਨ ਕੀਤੇ ਨੇ ਤੇ ਮਨੁੱਖ ਨੇ ਇੰਪਲੀਮੈਂਟ ਕਿੱਥੋਂ ਕਰਨੇ ਨੇ? ਮਨ 'ਚ ਹੀ ਕਰਨੇ ਨੇ। ਆਪਾਂ ਕਿਸੇ ਇਨਸਾਨ ਨੂੰ ਕਹੀਏ, ਹੇ ਮਨੁੱਖ ਤੂੰ ਆਹ ਕੰਮ ਨਾ ਕਰ, ਤੇ ਉਹ ਕੰਮ ਦਾ ਮੂਲ ਕੀ ਹੈ? ਮਨ 'ਚ ਫੁਰਨਾ ਹੋਏਗਾ ਤੇ ਉਹੋ ਜਿਹਾ ਕਰਮ ਕਰੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ ਇਹ ਮਨ ਚੰਚਲ ਕਿਹਾ। ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਮਨ ਨੂੰ ਪਿਆਰਾ ਵੀ ਕਹੇ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਪ੍ਰਤੀ ਅਨੇਕ ਤਰ੍ਹਾਂ ਦੇ ਬਚਨ ਸਤਿਗੁਰੂ ਦੀ ਮੁਬਾਰਕ ਬਾਣੀ ਵਿੱਚ ਸਾਨੂੰ ਮਿਲਣਗੇ। ਇਹ ਹੁਣ ਮਨੁੱਖ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਜਦੋਂ ਨੇ ਧਰਮ ਮਾਰਗ ਉੱਤੇ ਤੁਰਨਾ ਹੈ ਤਾਂ ਕੀ ਉਹ ਆਪਣੇ ਮਨ ਨੂੰ ਸੰਬੋਧਨ ਹੋ ਕੇ ਮਨ ਦੇ ਸਫ਼ਰ ਕਰਕੇ ਤੁਰ ਰਿਹਾ ਕਿ ਇਕੱਲਾ ਫਿਜ਼ੀਕਲੀ ਸਾਰਾ ਕੁਝ ਮੰਨ ਕੇ ਚੱਲ ਰਿਹਾ। ਜੇ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ, ਜੇ ਮੇਰੇ ਜੀਵਨ 'ਚ ਕੁਝ ਨਹੀਂ ਨਾ ਬਦਲਿਆ ਹੁਣ ਤੱਕ, ਤਾਂ ਉਸ ਦਾ ਮੂਲ ਕਾਰਨ ਹੈ ਵੀ ਮੈਂ ਮਨ ਦੇ ਸਫ਼ਰ ਵੱਲ ਧਿਆਨ ਨਹੀਂ ਦਿੱਤਾ। ਮੈਂ ਸਰੀਰ ਕਰਕੇ ਦੌੜਿਆ। ਜੇ ਮੈਂ ਮਨ ਨੂੰ ਵੀ ਉਂਗਲ ਲਾ ਕੇ ਤੋਰਿਆ ਹੁੰਦਾ, ਉਹਦਾ ਗੁੱਟ ਫੜਿਆ ਹੁੰਦਾ, ਜੇ ਮੈਂ ਮਨ ਨੂੰ ਅੱਗੇ ਲਾਇਆ ਹੁੰਦਾ ਵੀ ਸਫ਼ਰ ਤੇਰਾ ਹੈ, ਸਰੀਰ ਦਾ ਨਹੀਂ, ਸਰੀਰ ਤਾਂ ਤੇਰਾ ਗੁਲਾਮ ਹੈ, ਤੇਰੇ ਮਗਰ ਤੁਰਨਾ ਇਹਨੇ, ਫਿਰ ਕਹਾਣੀ ਹੋਰ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਵਨ ਪਤ, ਇਸ ਮਨ ਦਾ ਵੀ ਸੁਆਮੀ ਹੈ ਆਤਮਾ। ਪਤੀ ਦਾ ਮਤਲਬ ਹੁੰਦਾ ਹੈ ਸੁਆਮੀ, ਮਾਲਕ, ਖਸਮ। ਪ੍ਰਾਣਾਂ ਦਾ ਆਧਾਰ ਇਸ ਮਨ ਤੋਂ ਵੀ ਉੱਚਾ ਜੋ ਇਸ ਜੀਵਨ ਦਾ ਮਾਲਕ ਹੈ, ਉਹ ਕੌਣ ਹੈ? ਆਤਮਾ। ਉਨਮਨ ਦਾ ਅਰਥ ਹੈ ਟਿਕਾਓ, ਇੱਕ ਖਿੜੀ ਹੋਈ ਅਵਸਥਾ। ਉਹ ਅਵਸਥਾ ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਕਿਹਾ, ਇਸ ਨੂੰ ਪੂਰਨ ਖਿੜਾਓ ਕਿਹਾ, ਇਸ ਨੂੰ ਉਤਸ਼ਾਹ ਕਿਹਾ। ਭਾਵ ਜਿਸ ਅਵਸਥਾ ਵਿੱਚ ਸਦਾ ਹੀ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ। ਗੁਰੂ ਨਾਨਕ ਸਾਹਿਬ ਨੂੰ ਵਿਗਾਸ ਕਹਿੰਦੇ ਨੇ, ਗੁਰੂ ਅਮਰਦਾਸ ਮਹਾਰਾਜ ਉਸ ਨੂੰ ਆਨੰਦ ਕਹਿੰਦੇ ਨੇ। ਇਸ ਨੂੰ ਉਨਮਨ ਵੀ ਕਿਹਾ, ਇਸ ਨੂੰ ਰਹੱਸ ਵੀ ਕਿਹਾ, ਖਿੜਾਓ। ਭਾਵ ਉਹ ਆਤਮਿਕ ਅਵਸਥਾ ਜਿੱਥੇ ਕੋਈ ਉਦਾਸੀ ਨਹੀਂ, ਮਾਯੂਸੀ ਨਹੀਂ, ਜਿੱਥੇ ਢਹਿੰਦੀ ਕਲਾ ਨਹੀਂ, ਸਦਾ ਹੀ ਇੱਕ ਖਿੜਾਓ ਹੈ, ਇੱਕ ਵਿਗਾਸ ਹੈ, ਇੱਕ ਆਨੰਦ ਹੈ। ਔਰ ਉਹ ਆਨੰਦ ਜਿਹੜਾ ਬਾਹਰ ਦੀ ਕਿਸੇ ਵਸਤੂ 'ਤੇ ਡਿਪੈਂਡਡ ਨਹੀਂ। ਵੇਖੋ ਕੋਈ ਚੀਜ਼ ਆਉਂਦੀ ਹੈ, ਅਸੀਂ ਉਤਸ਼ਾਹ 'ਚ ਆਉਂਦੇ ਹਾਂ ਵੀ ਵਾਹ ਵਾਹ ਚੰਗਾ ਲੱਗ ਰਿਹਾ। ਜਦੋਂ ਸਮਾਂ ਗੁਜ਼ਰ ਗਿਆ ਤੇ ਮਨ ਦੀ ਅਵਸਥਾ ਫਿਰ ਡਾਵਾਂਡੋਲ ਹੋ ਗਈ, ਇਹਦਾ ਮਤਲਬ ਡਿਪੈਂਡਡ ਹੈ ਨਾ। ਉਹ ਉਤਸ਼ਾਹ ਵੀ ਡਿਪੈਂਡਡ ਹੈ, ਜਿਹੜਾ ਪਲ ਭਰ ਲਈ ਆਇਆ ਹਵਾ ਦੇ ਝੋਂਕੇ ਵਾਂਗ ਤੇ ਫਿਰ ਗੁਜ਼ਰ ਗਿਆ। ਖੁਸ਼ੀ ਹੋਈ ਕਿਸੇ ਚੀਜ਼ ਨੂੰ ਪਾ ਕੇ, ਵੇਖ ਕੇ, ਮਹਿਸੂਸ ਕਰਕੇ, ਪਰ ਉਹ ਤਾਂ ਥੋੜ੍ਹ ਵਿੱਤੀ ਗੱਲ ਸੀ। ਉਹ ਹਵਾ ਦੇ ਝੋਂਕੇ ਵਾਂਗ ਅੱਗੇ ਲੰਘ ਗਈ, ਬੰਦਾ ਫਿਰ ਉੱਥੇ ਦਾ ਉੱਥੇ ਖੜਾ ਹੈ, ਉਹਦੇ ਹੱਥ ਕੁਝ ਵੀ ਨਹੀਂ ਆਇਆ। ਜਿਸ ਨੂੰ ਖੁਸ਼ੀ ਸਮਝ ਰਿਹਾ ਸੀ ਉਹ ਪਰਛਾਵੇਂ ਵਾਂਗ ਆਈ ਤੇ ਗੁਜ਼ਰ ਗਈ। ਪਰ ਹਜ਼ੂਰ ਮਹਾਰਾਜ ਕਹਿੰਦੇ ਨੇ ਇੱਕ ਐਸੀ ਅਵਸਥਾ ਹੈ ਜਿੱਥੇ ਸਦਾ ਹੀ ਆਨੰਦ ਹੈ। ਜੋ ਆਨੰਦ, ਜੋ ਪ੍ਰਸੰਨਤਾ, ਜੋ ਖਿੜਾਓ ਜੀਵਨ 'ਚ ਇੱਕ ਵਾਰ ਆਇਆ, ਗਿਆ ਕਦੇ ਨਹੀਂ, ਉਹ ਸਦਾ ਹੀ ਹੈ। ਉਹਨੂੰ ਭਗਤ ਕਬੀਰ ਸਾਹਿਬ ਮਹਾਰਾਜ ਉਨਮਨ ਕਹਿੰਦੇ ਨੇ, ਉਨਮਨ ਰਹਿਣ ਖਰਾ। ਕਹਿੰਦੇ ਨੇ ਜਦੋਂ ਆਤਮਾ ਐਸੇ ਖਿੜਾਓ ਵਿੱਚ ਆਉਂਦਾ ਹੈ, ਅੰਦਰ ਪ੍ਰਸੰਨਤਾ ਵਿੱਚ ਹੁੰਦਾ ਹੈ, ਅੰਦਰ ਉਤਸ਼ਾਹ ਵਿੱਚ ਹੁੰਦਾ ਹੈ, ਅੰਦਰ ਇੱਕ ਆਨੰਦਿਤ ਅਵਸਥਾ ਨੂੰ ਮਹਿਸੂਸ ਕਰਦਾ ਹੈ, ਕਹਿੰਦੇ ਇਹੀ ਸਭ ਤੋਂ ਖਰੀ ਅਵਸਥਾ ਹੈ।
ਕਹਿੰਦੇ ਇਹ ਸਭ ਤੋਂ ਉੱਚਾ ਰੁਤਬਾ ਹੈ ਜੀਵਨ ਦਾ, ਇਸ ਤੋਂ ਅੱਗੇ ਕੱਖ ਨਹੀਂ। ਕਬੀਰ ਜੀ ਮਹਾਰਾਜ ਨੂੰ ਪੁੱਛੀਏ ਜੀ ਇੱਥੇ ਕੀ ਬਖਸ਼ਿਸ਼ਾਂ ਵਾਪਰਦੀਆਂ, ਉਹ ਕਹਿੰਦੇ ਨਹੀਂ ਮਿਰਤ ਨਾ ਜਨਮ ਜਰਾ। ਜਿਹਨੂੰ ਗੁਰੂ ਸਾਹਿਬ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਬਹੁਤ ਵਾਰ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਵੇਖੋ ਸਾਂਝ ਕਿੱਡੀ ਪਿਆਰੀ। ਕਬੀਰ ਸਾਹਿਬ ਜੀ ਦੀ ਇਹ ਪੰਕਤੀ ਵੀ, ਨਹੀਂ ਮਿਰਤ ਨਾ ਜਨਮ ਜਰਾ, ਨਾ ਉੱਥੇ ਮੌਤ ਹੈ, ਨਾ ਉੱਥੇ ਜਨਮ ਹੈ, ਨਾ ਉੱਥੇ ਬੁਢੇਪਾ ਹੈ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਉੱਥੇ ਕਹਿੰਦੇ ਨੇ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਸੇਮ ਸ਼ਬਦ, ਨਾ ਮੌਤ ਹੈ, ਨਾ ਜਨਮ ਹੈ, ਨਾ ਬੁਢੇਪਾ ਹੈ। ਇਹ ਕਿਹੜੇ ਜੀਵਨ ਦੀ? ਸਰੀਰ ਤਾਂ ਵੇਖੋ ਇਹਨੇ ਜਨਮ ਵੀ ਲਿਆ, ਸਰੀਰ ਤੇ ਬੁਢੇਪਾ ਵੀ ਆਉਣਾ ਹੈ, ਤੇ ਸਰੀਰ ਨੇ ਮਰਨਾ ਵੀ ਹੈ। ਇਹਦਾ ਮਤਲਬ ਹੈ ਗੁਰੂ ਸਾਹਿਬ ਜਾਂ ਭਗਤ ਕਬੀਰ ਜੀ ਮਹਾਰਾਜ ਸਰੀਰ ਦੀ ਨਹੀਂ, ਆਤਮਾ ਦੀ ਗੱਲ ਕਰ ਰਹੇ। ਵੀ ਆਤਮਾ ਦਾ ਇਹ ਆਨੰਦ ਜਿਹੜਾ ਹੈ ਪ੍ਰਗਟ ਹੁੰਦਾ ਹੈ ਅੰਦਰੋਂ, ਇਹ ਕਿਸੇ ਚੀਜ਼ ਚੋਂ ਨਹੀਂ ਪੈਦਾ ਹੁੰਦਾ, ਇਹ ਤੁਹਾਡੀ ਸਵੈ ਆਤਮਾ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਜੰਮਣ ਮਰਨ ਦਾ ਗੇੜ ਨਹੀਂ ਉੱਥੇ, ਨਾ ਹੀ ਬੁਢੇਪੇ ਦਾ ਅਰਥ ਹੈ ਜਿਵੇਂ ਸਰੀਰ। ਬੁਢੇਪੇ ਦਾ ਮਤਲਬ ਹੀ ਹੈ ਸਰੀਰ ਦੇ ਕਮਜ਼ੋਰ ਹੋ ਜਾਣਾ, ਸਿੱਥਲ ਹੋ ਜਾਣਾ, ਸਰੀਰ ਦੀਆਂ ਸਾਰੀਆਂ ਤਾਕਤਾਂ ਖੀਣ ਹੋ ਰਹੀਆਂ ਨੇ, ਇਹਦਾ ਨਾਮ ਹੀ ਬੁਢੇਪਾ ਹੈ। ਇਸੇ ਤਰ੍ਹਾਂ ਆਤਮਾ ਦੀ ਕਮਜ਼ੋਰੀ ਨੂੰ ਵੀ ਬੁਢੇਪਾ ਕਿਹਾ ਗਿਆ। ਆਤਮਕ ਬਲ ਖਤਮ ਹੋ ਜਾਣਾ, ਇਹ ਬੁਢੇਪਾ ਹੈ। ਜਿਵੇਂ ਸਰੀਰ ਦਾ ਬਲ ਮੁੱਕ ਰਿਹਾ ਹੋਵੇ, ਸਰੀਰ ਦੇ ਇੰਦਰੇ, ਸਰੀਰ ਦੇ ਅੰਗ ਆਪਣਾ ਕੰਮ ਛੱਡ ਰਹੇ ਹੋਣ, ਤੇ ਆਪਾਂ ਕਹਿੰਦੇ ਜੀ ਸਰੀਰ ਹੁਣ ਪੁਰਾਣਾ ਹੋ ਗਿਆ, ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ। ਆਤਮਾ ਜਦੋਂ ਕਮਜ਼ੋਰ ਪੈਣ ਲੱਗ ਪਏ ਵਿਸ਼ਿਆਂ ਵਿੱਚ ਤੇ ਆਤਮਾ ਕਮਜ਼ੋਰ ਕਦੋਂ ਪੈਂਦੀ ਹੈ? ਜਦੋਂ ਉਹ ਵਿਕਾਰਾਂ ਦੇ ਰਸ ਨੂੰ ਚੱਸਦੀ ਏ, ਵਿਕਾਰਾਂ ਦੇ ਔਗਣਾਂ ਦੇ ਰਾਹ ਤੇ ਤੁਰਦੀ ਏ, ਉਹਦਾ ਤਾਪ ਤੇਜ਼ ਘਟਦਾ ਜਾਂਦਾ ਹੈ, ਆਤਮਕ ਬਲ ਖੀਣ ਹੁੰਦਾ ਜਾਂਦਾ ਹੈ, ਆਤਮਾ ਸਿੱਥਲ ਹੋ ਜਾਂਦੀ ਏ। ਮਹਾਰਾਜ ਕਹਿੰਦੇ ਨੇ ਉਹਨੂੰ ਬੁਢੇਪੇ ਦੀ ਅਵਸਥਾ ਆਖਿਆ ਜਾਂਦਾ ਹੈ। ਜਿਹੜਾ ਬਾਣੀ ਦਾ ਵੀ ਇਹ ਵਾਕ ਆਉਂਦਾ ਨਾ, ਗੁਰਮੁਖ ਬੁੱਢੇ ਕਦੇ ਨਾਹੀਂ, ਇੱਥੇ ਵੀ ਬੁੱਢੇ ਸਰੀਰ ਦਾ ਜ਼ਿਕਰ ਨਹੀਂ ਹੈ। ਇਹ ਥੋੜ੍ਹਾ ਵੀ ਗੁਰਮੁਖਾਂ ਦੇ ਵਾਲ ਚਿੱਟੇ ਨਹੀਂ ਹੁੰਦੇ, ਸਰੀਰ ਤੇ ਝੁਰੜੀਆਂ ਨਹੀਂ ਪੈਂਦੀਆਂ, ਜਾਂ ਲੈਣ ਪ੍ਰੈਣ ਪੁਰਾਣੇ ਨਹੀਂ ਹੁੰਦੇ, ਉਹਨਾਂ ਦਾ ਵੀ ਕੁਦਰਤ ਹੈ ਜੀ, ਸਭ ਤੇ ਇੱਕ ਜਿਹਾ ਅਸਰ ਕਰੇਗੀ। ਉੱਥੇ ਗੁਰਮੁਖ ਬੁੱਢੇ ਕਦੇ ਨਾਹੀਂ, ਕਿਹੜਾ ਬੁਢੇਪਾ ਨਹੀਂ ਆਉਂਦਾ ਉਹਨਾਂ ਉੱਤੇ? ਜਿਨ੍ਹਾਂ ਅੰਤਰ ਸੁਰਤ ਗਿਆਨ, ਉਹਨਾਂ ਦੀ ਸੁਰਤ ਵਿੱਚ ਸਦਾ ਹੀ ਚੇਤਨਾ ਰਹਿੰਦੀ ਹੈ, ਤੇ ਆਤਮਾ ਕਦੇ ਕਮਜ਼ੋਰ ਨਹੀਂ ਪੈਂਦਾ। ਉਹਨਾਂ ਦਾ ਆਤਮਾ ਸਦਾ ਹੀ ਬਲਵਾਨ ਹੈ, ਪੁਰਜੋਰ ਹੈ, ਉਤਸ਼ਾਹ ਵਿੱਚ ਹੈ, ਖਿੜਾਓ ਵਿੱਚ ਹੈ, ਆਨੰਦ ਵਿੱਚ ਹੈ। ਉਹਨਾਂ ਨੂੰ ਆਤਮਕ ਕਮਜ਼ੋਰੀ ਕਦੇ ਨਹੀਂ ਵਿਆਪਦੀ। ਪਰ ਇੱਕ ਬਚਨ ਹੋਰ ਵੀ ਪੜ੍ਹ ਲਈਏ, ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀਂ। ਇੱਕ ਹੈ ਮਨਮੁਖ, ਮਨ ਦੀਆਂ ਵਾਸ਼ਨਾਵਾਂ ਹੀ ਝਾਂਸੀ ਪੂਰੇ ਕਰਨ ਵਾਲਾ। ਉਹ ਬਾਲਕ ਵੀ ਹੋਵੇ, ਭਾਵ ਜਵਾਨੀ ਦੀ ਉਮਰ ਵੀ ਹੋਵੇ ਉਹਦੀ, ਆਤਮਾ ਉਹਦਾ ਬੁੱਢਿਆਂ ਵਰਗਾ ਕਮਜ਼ੋਰ, ਖੀਣ ਹੋ ਜਾਂਦਾ, ਸਿੱਥਲ ਹੋ ਜਾਂਦਾ, ਕਿਉਂਕਿ ਉਹ ਜਿਨ੍ਹਾਂ ਅੰਤਰ ਹਰ ਸੁਰਤ ਨਹੀਂ, ਉਹਨਾਂ ਨੂੰ ਹਰੀ ਦੀ ਸੁਰਤ ਨਹੀਂ, ਧਿਆਨ ਨਹੀਂ, ਬਲ ਖਤਮ ਹੋ ਗਿਆ। ਇਸ ਕਰਕੇ ਉਹ ਕਿਸੇ ਵੀ ਮੰਦੀ ਸਿਚੁਏਸ਼ਨ ਦੇ ਸਾਹਮਣੇ ਟੇਕ ਨਹੀਂ ਸਕਣਗੇ, ਕਦੇ ਵੀ ਨਹੀਂ। ਇਹ ਨਹੀਂ ਹੋਏਗਾ ਵੀ ਉਹਨਾਂ ਦੇ ਮਨ ਅੰਦਰ ਕੋਈ ਭੈੜਾ ਫੁਰਨਾ ਆਇਆ ਤੇ ਉਹਨਾਂ ਤੇ ਅਸਰ ਨਾ ਪਾਏ, ਉਹਨਾਂ ਉਸੇ ਵੇਲੇ ਹੀ ਢਹਿ ਢੇਰੀ ਹੋ ਜਾਣ। ਗੁਰਮੁਖ ਉਹਦੇ ਸਾਹਮਣੇ ਤਣ ਜਾਂਦਾ, ਮਨਮੁਖ ਉਹਦੇ ਸਾਹਮਣੇ ਗੋਡੇ ਟੇਕ ਜਾਂਦਾ, ਹਾਰ ਮੰਨ ਲੈਂਦਾ ਵੀ ਨਹੀਂ, ਤੂੰ ਬੁਰਾਈ ਦੀ ਲਹਿਰ ਅੱਗੇ ਟੇਕ ਨਹੀਂ ਪਾਉਂਦਾ। ਗੁਰਮੁਖ ਉਹਦੇ ਨਾਲ ਲੜਦਾ ਹੈ। ਉਸੇ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ, ਗਿਆਨ ਖੜਗ ਲੈ ਮਨ ਸਿਉ ਲੂਝੈ, ਮਨਸਾ ਮਨੈ ਸਮਾਏ। ਉਹ ਗੁਰੂ ਉਪਦੇਸ਼, ਵਿਵੇਕ, ਆਤਮ ਗਿਆਨ ਦੀ ਸੋਝੀ, ਸਵੈ ਚੇਤਨਾ ਦੀ ਤਲਵਾਰ ਲੈ ਕੇ ਆਪਣੇ ਭੈੜੇ ਮਨ ਦੇ ਭੈੜੇ ਸੁਭਾਅ ਵਿਰੁੱਧ ਖੁਦ ਹੀ ਡਟ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਨਾ ਹੀ ਉਹਨੂੰ ਆਤਮਕ ਮੌਤ ਵਿਆਪਦੀ ਹੈ। ਹੁਣ ਤੁਸੀਂ ਸੋਚੋ, ਜਿੱਥੇ ਭਟਕਣਾ ਨਹੀਂ, ਜਿੱਥੇ ਆਤਮਕ ਕਮਜ਼ੋਰੀ ਨਹੀਂ, ਜਿੱਥੇ ਆਤਮਕ ਮੌਤ ਨਹੀਂ, ਉੱਥੇ ਸਦਾ ਹੀ ਉਤਸ਼ਾਹ ਹੈ,
ਉੱਥੇ ਸਦਾ ਹੀ ਆਨੰਦ ਹੈ, ਉੱਥੇ ਮਨ ਸਦਾ ਹੀ ਖੜਾਓ ਵਿੱਚ ਹੈ। ਔਰ ਇਸ ਅਵਸਥਾ ਦੀ ਕਮਾਈ ਕਿਵੇਂ ਹੋਵੇ, ਭਗਤ ਕਬੀਰ ਸਾਹਿਬ ਮਹਾਰਾਜ ਨੇ ਉਹਦਾ ਜ਼ਿਕਰ, ਉਹਦਾ ਪ੍ਰੋਸੈਸ, ਉਹਦਾ ਸਫ਼ਰ ਵੀ ਸਾਨੂੰ ਦੱਸਿਆ। ਪਹਿਲੇ ਬੰਦ ਵਿੱਚ ਫਰਮਾਇਆ, ਕਹਿੰਦੇ ਬੰਦ 'ਚ ਬੰਧਨ ਪਾਇਆ। ਬੰਦ 'ਚ ਸ਼ਬਦ ਵਰਤਿਆ ਉਹਨਾਂ ਨੇ ਮਾਇਆ ਲਈ। ਮਾਇਆ ਅਰਥ ਇੱਥੇ ਹੈ ਅਗਿਆਨ, ਸਵੈ ਅਗਿਆਨ, ਜਿਹੜਾ ਸਾਨੂੰ ਆਪਣੇ ਸਰੂਪ ਦੇ ਪ੍ਰਤੀ, ਆਪਣੇ ਵਜੂਦ ਦੇ ਪ੍ਰਤੀ ਖਿਆਲ ਨਹੀਂ ਹੈ, ਉਹ ਸਾਡਾ ਜਿਹੜਾ ਅਗਿਆਨ ਹੈ ਉਹੀ ਮਾਇਆ ਹੈ। ਧਿਆਨ 'ਚ ਰੱਖਣਾ। ਇੱਥੇ ਬਾਹਰ ਦੀਆਂ ਬੌਧਿਕ ਚਲਾਕੀਆਂ ਨੂੰ ਗਿਆਨ ਨਹੀਂ ਕਿਹਾ ਮਹਾਰਾਜ ਨੇ। ਇੱਥੇ ਸਵੈ ਸਰੂਪ ਦੀ ਸੋਝੀ ਹੋਣੀ, ਆਪਣੇ ਅੰਤਰਾਤਮੇ ਦਾ ਗਿਆਨ ਹੋਣਾ, ਮਨੁੱਖ ਨੂੰ ਆਪਣੇ ਵਜੂਦ ਦਾ ਮੂਲ ਪਛਾਣਨਾ, ਇਹ ਗਿਆਨ ਹੈ। ਮੈਂ ਕੌਣ ਹਾਂ, ਮੇਰਾ ਮੂਲ ਕੀ ਹੈ, ਇਹ ਗਿਆਨ, ਇਹ ਸੋਝੀ। ਤੇ ਇਹਦੇ ਆਪੋਜਿਟ ਸ਼ਬਦ ਹੈ, ਜਿਹਨੂੰ ਇਸ ਦਾ ਸਮਝ ਨਹੀਂ, ਉਹ ਮਾਇਆ ਦਾ ਗ੍ਰਸ ਹੈ, ਅਗਿਆਨ ਦਾ ਗ੍ਰਸ ਹੈ, ਉਹ ਬੰਧਨਾਂ 'ਚ ਪੈਂਦਾ ਹੈ। ਜਿਵੇਂ ਕਿਸੇ ਮਨੁੱਖ ਦੀ ਸੁਰਤ ਸੋਝੀ ਕੰਮ ਨਾ ਕਰੇ ਤੇ ਉਹ ਭਟਕਦਾ ਰਹਿੰਦਾ ਹੈ, ਉਹਨੂੰ ਪਤਾ ਨਹੀਂ ਲੱਗਦਾ ਮੇਰਾ ਰਿਸ਼ਤੇਦਾਰ ਕੌਣ, ਮੇਰਾ ਘਰ ਕੌਣ ਹੈ, ਕਿਹੜਾ ਰਾਹ ਮੇਰੇ ਘਰ ਨੂੰ ਜਾਂਦਾ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਉਹਨੂੰ ਕੋਈ ਪੁੱਛੀ ਜਾ, ਉਹਨੂੰ ਕੋਈ ਖਬਰ ਨਹੀਂ। ਉਹਨੂੰ ਨਹੀਂ ਪਤਾ ਮੈਂ ਇਨਸਾਨ ਹਾਂ, ਉਹਨੂੰ ਇਹ ਨਹੀਂ ਪਤਾ ਮੇਰੀ ਪਾਇਆ ਕੀ ਹੈ, ਕੱਖ ਵੀ ਨਹੀਂ ਪਤਾ ਉਹਨੂੰ। ਉਹਨੂੰ ਆਪਣੇ ਆਪ ਦਾ, ਆਪਾਂ ਉਹਨੂੰ ਕਹਿ ਦਿੰਦੇ ਜੀ ਇਹਦਾ ਬੁੱਧੀ ਕੰਮ ਨਹੀਂ ਕਰਦੀ, ਇਹਦਾ ਦਿਮਾਗ ਕੰਮ ਨਹੀਂ ਕਰਦਾ। ਜਦੋਂ ਗੁਰੂ ਸਾਹਿਬ ਸੰਸਾਰ ਨੂੰ ਬੌਰਾ ਕਹਿੰਦੇ ਨੇ, ਝੱਲਾ ਕਹਿੰਦੇ, ਤੇ ਤਾਂ ਹੀ ਇਹ ਕਹਿੰਦੇ ਨੇ, ਉਹ ਕਿਸੇ ਕ੍ਰੋਧ ਚੋਂ ਨਹੀਂ ਕਹਿੰਦੇ। ਜਦੋਂ ਮਨੁੱਖ ਨੂੰ ਵੇਖਦੇ ਨਾ, ਇਹਨੂੰ ਆਪਣੇ ਬਾਰੇ ਕੱਖ ਨਹੀਂ ਪਤਾ, ਸਾਰੀ ਦੁਨੀਆ ਬਾਰੇ ਜਾਣਦਾ, ਆਪਣੇ ਬਾਰੇ ਨੂੰ ਕੱਖ ਨਹੀਂ ਪਤਾ, ਬੌਰਾ ਹੀ ਹੈ। ਕੋਈ ਬੰਦੇ ਨੂੰ ਘਰ ਦਾ ਪਤਾ ਨਾ ਹੋਵੇ, ਗਲੀ ਸਟਰੀਟ ਦਾ ਪਤਾ ਨਾ ਹੋਵੇ, ਮੁਹੱਲੇ ਦਾ ਪਤਾ ਨਾ ਹੋਵੇ, ਨਾਂ ਪਤਾ ਨਾ ਹੋਵੇ, ਘਰ ਦਾ ਰਿਸ਼ਤੇ ਦਾ ਕੱਖ ਵੀ ਨਾ ਪਤਾ ਹੋਵੇ, ਆਪਾਂ ਕਹਿੰਦੇ ਝੱਲਾ ਹੈ ਵਿਚਾਰਾ, ਬੌਰਾ ਹੈ। ਅਸੀਂ ਇਹਨਾਂ ਸ਼ਬਦਾਂ ਨਾਲ ਹੀ ਉਹਨੂੰ ਡਿਫਾਈਨ ਕਰਦੇ ਹਾਂ। ਜੋ ਗੁਰੂ ਸਾਹਿਬ ਸਾਨੂੰ ਪੁੱਛਦੇ ਤੂੰ ਕੀ ਹੈ, ਅਸੀਂ ਕਹਿੰਦੇ ਜੀ ਮੈਂ ਤੇ ਸਰੀਰ ਹਾਂ, 5 ਤੱਤ ਦਾ ਸਰੀਰ। ਉਹ ਸਾਨੂੰ ਪੁੱਛਦੇ ਨੇ ਤੇਰਾ ਅਸਲਾ ਕੀ ਹੈ, ਵਜੂਦ ਕੀ ਹੈ। ਅਸੀਂ ਸਾਰਾ ਕੁਝ ਮਟੀਰੀਅਲ ਨੂੰ ਵਜੂਦ ਮੰਨਦੇ ਹਾਂ। ਮਹਾਰਾਜ ਕਹਿੰਦੇ ਝੱਲਾ, ਤੈਨੂੰ ਤਾਂ ਖਬਰ ਹੀ ਨਹੀਂ ਆਪਣੇ ਘਰ ਦੀ, ਨਾ ਤੈਨੂੰ ਤੇਰਾ ਨਾਂ ਪਤਾ ਹੈ, ਨਾ ਤੈਨੂੰ ਤੇਰਾ ਘਰ ਪਤਾ ਹੈ, ਨਾ ਤੈਨੂੰ ਜਾਣ ਦਾ ਰਸਤਾ ਪਤਾ ਹੈ, ਨਾ ਤੈਨੂੰ ਆਪਣੇ ਮੂਲ ਦੀ ਪਛਾਣ ਹੈ। ਤੂੰ ਤਾਂ ਗਵਾਚਾ ਬੰਦਾ ਹੈ, ਗਵਾਚਾ। ਤੂੰ ਜੋ ਗਿਣਾ ਰਿਹਾ ਇਹਨਾਂ 'ਚੋਂ ਤੂੰ ਕੱਖ ਵੀ ਨਹੀਂ। ਤੂੰ ਗਣਾਉਣਾ ਆ ਮੇਰਾ ਮਜ਼ਹਬ, ਤੂੰ ਗਣਾਉਣਾ ਆ ਮੇਰੀ ਬਰਾਦਰੀ, ਤੂੰ ਗਣਾਉਣਾ ਇਹ ਮੇਰਾ ਨਾਂ, ਤੂੰ ਗਣਾਉਣਾ ਆ ਮੇਰੀ ਪਾਇਆ, ਮੈਂ ਆ ਵੁਕਤ ਰੱਖਦਾ ਸੰਸਾਰ 'ਚ, ਮੈਨੂੰ ਐਵੇਂ ਮਹਾਰਾਜ ਕਹਿੰਦੇ ਕੱਖ ਨਹੀਂ ਹੈ ਇਹਦੇ 'ਚ, ਇਹ 'ਚ ਤੂੰ ਹੈ ਹੀ ਕੱਖ ਨਹੀਂ, ਸਭ ਝੂਠ ਬੋਲ ਰਿਹਾ। ਕੀ ਹੈ ਤੂੰ ਇਹਦੇ 'ਚ? ਤੂੰ ਕੱਖ ਵੀ ਨਹੀਂ ਹੈ। ਜੋ ਤੂੰ ਹੈ ਉਹ ਤੂੰ ਜਾਣਦਾ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਵਜੂਦ, ਆਪਣੇ ਅਸਲ ਨੂੰ ਸਮਝ। ਜੋ ਤੂੰ ਦੱਸ ਰਿਹਾ ਉਹ ਤੂੰ ਹੈ ਨਹੀਂ, ਤੇ ਜੋ ਤੂੰ ਹੈ ਉਹ ਤੈਨੂੰ ਪਤਾ ਨਹੀਂ। ਸੁਨੋ ਰੇ ਤੂੰ ਕੌਣ, ਕਹਾਂ ਤੇ ਆਇਓ, ਇਹ ਤੀ ਨਾ ਜਾਨੋ ਕਿ ਤੀਕ ਮੁੱਦਤ ਚਲਤੇ ਖਬਰ ਨਾ ਪਾਏ। ਸੋ ਸਾਹਿਬ ਕਹਿੰਦੇ ਨੇ ਫਿਰ ਬੰਦਾ ਬੰਧਨਾਂ 'ਚ ਪੈਂਦਾ ਹੈ, ਜਦੋਂ ਉਹਨੂੰ ਸਮਝ ਨਹੀਂ ਹੁੰਦੀ ਉਹ ਕੀ ਹੈ। ਉਹ ਜੋ ਵੀ ਕੋਈ ਟੈਗ ਉਹਦੇ 'ਤੇ ਲਾਉਂਦਾ ਜਾਂਦਾ ਉਹੀ ਮੰਨ ਲੈਂਦਾ। ਉਹ ਕਹਿੰਦਾ ਹਾਂ ਮੈਂ ਇਹੀ ਹਾਂ। ਉਹ ਬੰਧਨਾਂ 'ਚ ਪਾਉਣ ਵਾਲਾ ਗਿਆਨ ਜਿਹੜਾ ਹੈ, ਉਹਦੇ ਤੋਂ ਮੁਕਤੀ ਕਿਹਨੇ ਦਵਾਈ, ਉਸ ਅਗਿਆਨ ਵਿੱਚ ਫਸਣ ਤੋਂ ਕਿਹਨੇ ਰੋਕਿਆ, ਉਸ ਪਾਸੇ ਤੁਰਦਿਆਂ ਦੇ ਰਾਹ 'ਚ ਰੁਕਾਵਟ ਕਿਹਨੇ ਖੜੀ ਕੀਤੀ? ਸਤਿਗੁਰੂ ਨੇ। ਜਾਨੋ ਅਸੀਂ ਟੋਏ 'ਚ ਡਿੱਗ ਰਹੇ ਹਾਂ, ਗੁਰੂ ਨੇ ਆ ਕੇ ਸਾਨੂੰ ਬਾਹੋਂ ਫੜ ਲਿਆ, ਨਹੀਂ ਰੋਕ ਲਿਆ, ਬੰਧ 'ਚ ਬੰਧਨ ਪਾਇਆ। ਉਹ ਮਾਇਆ ਅਗਿਆਨ ਜਿਹੜਾ ਸਾਨੂੰ ਬੰਧਨਾਂ 'ਚ ਪਾਉਂਦਾ, ਗੁਰੂ ਨੇ ਉਹਦੇ ਵਿੱਚ ਡਿੱਗਣ ਤੋਂ ਰਸਤੇ 'ਚ ਸਾਨੂੰ ਰੋਕ ਲਿਆ। ਮੁਕਤੈ ਗੁਰ ਅਨਲ ਬੁਝਾਇਆ। ਗੁਰੂ ਆਪ ਮੁਕਤ ਹੈ, ਜਿਸ ਨੂੰ ਕਹਿੰਦਾ ਆਪ ਮੁਕਤ, ਆਪ ਮੁਕਤ, ਮੋਹਿ ਤਾਰੈ।
ਗੁਰੂ ਆਪ ਮੁਕਤ ਹੈ ਅਗਿਆਨ ਤੋਂ, ਉਹ ਗਿਆਨ ਸਰੂਪ ਹੈ, ਪ੍ਰਕਾਸ਼ ਰੂਪ ਹੈ, ਤੇ ਉਹ ਮੁਕਤੀ ਸਾਨੂੰ ਉਤਾਰ ਸਕਦਾ ਹੈ। ਪਰ ਅਸੀਂ ਤੇ ਸਾਰੀ ਮੁਕਤੀ ਮਰਨ ਤੋਂ ਬਾਅਦ ਮੰਨੀ, ਮਰਾਂਗੇ ਫਿਰ ਅਰਦਾਸ ਕਰਾਂਗੇ, ਮਹਾਰਾਜ ਛਡਾਓ ਛਡਾਓ ਛਡਾਓ। ਮਹਾਰਾਜ ਕਹਿੰਦੇ ਮੈਂ ਤਾਂ ਉਦੋਂ ਦਾ ਹੀ ਕਹਿ ਰਿਹਾ ਮੈਂ ਤੈਨੂੰ ਛਡਾਵਾਂਗਾ, ਤੂੰ ਆਉਂਦਾ ਹੀ ਨਹੀਂ, ਪੁੱਛਦਾ ਹੀ ਨਹੀਂ, ਹੁਣ ਤੂੰ ਕਾਹਤੋਂ ਛੁੱਟਣਾ ਹੈ? ਕਿਹੜੀ ਚੀਜ਼ ਹੈ ਜਿਹਨੇ ਤੈਨੂੰ ਫੜਿਆ ਹੋਇਆ ਹੈ? ਕਿਹੜੀ ਕੈਦ ਵਿੱਚ ਹੈ ਤੂੰ? ਤੈਨੂੰ ਕੋਈ ਖਬਰ ਹੈ? ਹਜ਼ੂਰ ਕਹਿੰਦੇ ਮੁਕਤ ਹੈ ਗੁਰ, ਮੁਕਤ ਗੁਰੂ ਨੇ ਅਨਲ ਬੁਝਾਇਆ, ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ। ਵਾਸ਼ਨਾਵਾਂ ਦੀ ਅੱਗ ਦੇ ਉੱਤੇ ਅੰਮ੍ਰਿਤ ਜਲ ਛਿੜਕ ਕੇ ਉਹ ਅੱਗ ਬੁਝਾ ਦਿੱਤੀ। ਜਬ ਨਖ ਸਿੱਖ ਇਹ ਮਨ ਚੀਨਾ, ਕਹਿੰਦੇ ਨੇ ਜਦੋਂ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਯਾਨੀ ਕਿ ਪੂਰਨ ਰੂਪ ਵਿੱਚ, ਇਹਦਾ ਅਰਥ ਹੁੰਦਾ ਪੂਰਨ ਰੂਪ ਵਿੱਚ ਜਦੋਂ ਮੈਂ ਆਪਣੇ ਮਨ ਨੂੰ ਚੀਨਿਆ, ਪਛਾਣਿਆ, ਮਨ ਦੇ ਸੁਭਾਅ ਬਾਰੇ ਜਾਣ ਲਿਆ, ਮਨ ਦੀ ਗਤੀ ਬਾਰੇ ਸਮਝ ਲਿਆ, ਮਨ ਦੀਆਂ ਅਵਸਥਾਵਾਂ ਬਾਰੇ ਸੋਝੀ, ਸਵੈ ਸੋਝੀ ਹਾਸਲ ਕਰ ਲਈ, ਤਬ ਅੰਤਰ ਮੱਜਨ ਕੀ ਨਾ, ਸਮਝੋ ਮੈਂ ਅੰਦਰ ਦੇ ਇਸ਼ਨਾਨ, ਅੰਦਰ ਦੇ ਤੀਰਥ ਤੇ ਇਸ਼ਨਾਨ ਕਰ ਲਿਆ। ਆਪਣੇ ਮਨ ਦੀ ਗਤੀ ਨੂੰ, ਮਨ ਦੀਆਂ ਅਵਸਥਾਵਾਂ ਨੂੰ, ਮਨ ਦੇ ਸੁਭਾਅ ਨੂੰ ਜਾਣ ਕੇ ਉਸ ਨੂੰ ਠੀਕ ਕਰਨ ਦੇ ਆਹਰ ਵਿੱਚ ਲੱਗਣਾ ਹੀ ਤੀਰਥ ਹੈ, ਜਿੱਥੇ ਇਸ਼ਨਾਨ ਹੋਇਆ। ਉਲਟੀਲੇ ਸ਼ਕਤ ਸਹਾਰੰ, ਕਹਿੰਦੇ ਹੁਣ ਮਾਇਆ ਦਾ ਸਹਾਰਾ ਲੈਣ ਵਾਲੀ ਬਿਰਤੀ ਉਲਟ ਗਈ, ਪਲਟ ਗਈ, ਉਹ ਛੱਡ ਦਿੱਤੀ ਹੈ। ਪਹਿਲੋਂ ਮੈਂ ਅਗਿਆਨ ਦਾ ਹੀ ਸਹਾਰਾ ਲੈਂਦਾ ਸੀ, ਅਗਿਆਨ ਦੀਆਂ ਹੀ ਬਾਤਾਂ ਕਰਦਾ, ਉਹ ਛੱਡ ਦਿੱਤੀਆਂ। ਪੈਸੀਲੇ ਗਗਨ ਮਝਾਰੰ, ਹੁਣ ਮੇਰਾ ਵਾਸਾ ਆਤਮਿਕ ਮੰਡਲ ਵਿੱਚ ਹੈ, ਜਿਹਨੂੰ ਤੁਰੀਆ ਅਵਸਥਾ, ਦਸਮ ਦੁਆਰ, ਸਹਿਜ ਅਵਸਥਾ, ਟਿਕਾਓ, ਅੰਦਰ ਦਾ ਆਨੰਦ ਕਿਹਾ। ਬੇਦੀਲੇ ਚੱਕਰ ਭੁਅੰਗਾ, ਚੱਕਰ ਕਹਿੰਦੇ ਨੇ ਚੱਕਰਵਿਊਹ 'ਚ ਫਸਣ ਵਾਲਾ, ਭੁਅੰਗਾ ਮਤਲਬ ਵਿੰਗਾ ਟੇਢਾ, ਵਿੰਗੀਆਂ ਟੇਢੀਆਂ ਚਾਲਾਂ ਚੱਲਣ ਵਾਲਾ, ਭੈੜੇ ਸੁਭਾਅ ਧਾਰਨ ਕਰਨ ਵਾਲਾ ਇਹ ਮਨ ਹੁਣ ਪਰਮੇਸ਼ਰ ਦੇ ਨਾਮ ਵਿੱਚ ਵਿੱਝ ਗਿਆ। ਕਹਿੰਦੇ ਨੇ ਭੇਟੀਲੇ ਰਾਏ ਨਿਸੰਗਾ, ਹੁਣ ਨਿਸੰਗ ਹੋ ਕੇ, ਹੁਣ ਇਹਨੂੰ ਅੱਗੇ ਤਾਂ ਖਰੇ ਰਾਹ ਤੇ ਚੱਲਦੇ ਹਾਂ, ਇਹਨੂੰ ਸੰਗ ਲੱਗਦੀ, ਮੂੰਹ ਮੁਲਾਜੇ ਪਾਲਦਾ। ਕਹਿੰਦੇ ਹੁਣ ਨਹੀਂ, ਹੁਣ ਨਿਸੰਗ ਹੋ ਕੇ ਰੱਬੀ ਰਾਹ ਦੇ ਉੱਤੇ ਤੁਰਦਾ ਹੈ ਤੇ ਪਰਮੇਸ਼ਰ ਦੇ ਮਿਲਾਪ ਲਈ ਤਾਂਘਦਾ ਹੈ ਤੇ ਉਹਦੀ ਨੇੜਤਾ ਹਾਸਲ ਕਰਦਾ ਹੈ। ਹਜ਼ੂਰ ਫਰਮਾਉਂਦੇ ਨੇ ਚੂਕੀਲੇ ਮੋਹ ਮਾਇਆਸਾ, ਅੰਦਰੋਂ ਮੋਹ ਦੀਆਂ ਇੱਛਾਵਾਂ ਜਿਹੜੀਆਂ ਸਨ, ਗਲਤ ਪਾਸੇ ਦੀ ਅਟੈਚਮੈਂਟ, ਹਰ ਬੁਰੀ ਚੀਜ਼ ਨਾਲ ਸੰਬੰਧ ਜੋੜਨ ਵਾਲੀ ਜਿਹੜੀ ਬਿਰਤੀ ਸੀ, ਉਹ ਅੰਦਰੋਂ ਚੁੱਕੀ ਗਈ। ਇੱਛਾ ਬਣੀ ਰਹਿੰਦੀ ਸੀ, ਜਿਗਿਆਸਾ ਬਣੀ ਰਹਿੰਦੀ ਸੀ, ਤਲਬ ਬਣੀ, ਉਕਸਾਹਟ ਬਣੀ ਰਹਿੰਦੀ ਸੀ, ਉਹ ਹੁਣ ਖਤਮ ਹੋ ਗਈ। ਸੱਸ ਕੀਨੂ ਸੂਰ ਗਿਰਾਸਾ, ਸੱਸ ਨਾਮ ਹੈ ਚੰਦਰਮਾ ਦਾ, ਸੂਰ ਨਾਮ ਹੈ ਸੂਰਜ ਦਾ। ਚੰਦਰਮਾ ਦੀ ਰੌਸ਼ਨੀ ਨੂੰ ਠੰਡੀ ਮੰਨਿਆ ਜਾਂਦਾ ਹੈ ਤੇ ਸੂਰਜ ਦੀ ਰੌਸ਼ਨੀ ਨੂੰ ਗਰਮ ਮੰਨਿਆ ਜਾਂਦਾ ਹੈ। ਸੱਸ ਕੀਨੋ ਸੂਰ ਗਿਰਾਸਾ, ਮਾਨੋ ਚੰਦਰਮਾ ਨੇ ਸੂਰਜ ਨਿਗਲ ਲਿਆ। ਇਹਦਾ ਅਰਥ ਹੈ ਅੰਦਰ ਐਸੀ ਠੰਡਕ ਪੈਦਾ ਹੋ ਗਈ ਜਿਹਨੇ ਅੰਦਰ ਦੀ ਤਪਸ਼, ਜਲਨ ਖਤਮ ਕਰ ਦਿੱਤੀ, ਮੁਕਾ ਦਿੱਤੀ। ਉਹ ਠੰਡਕ ਕੀ ਹੈ? ਟਿਕਾਓ, ਮਨ ਦੀ ਸ਼ਾਂਤੀ, ਅੰਦਰ ਦਾ ਸਹਿਜ। ਤੇ ਤਪਸ਼ ਕੀ ਹੈ? ਤ੍ਰਿਸ਼ਨਾ ਦੀ ਅੱਗ, ਹਿਰਸ ਦੀ ਅੱਗ, ਵਾਸ਼ਨਾ ਦੀ ਅੱਗ, ਜਿਸ ਵਿੱਚ ਮੈਂ ਸਦਾ ਬਾਲਣ ਸੁੱਟਦਾ ਬਾਹਰ ਦੀਆਂ ਚੀਜ਼ਾਂ ਦਾ, ਵੀ ਇਹਦੇ ਨਾਲ ਇਹ ਅੱਗ ਬੁਝ ਜਾਏ, ਸ਼ਾਂਤ ਹੋ ਜਾਏ, ਸ਼ਾਂਤ ਹੋ ਜਾਏ, ਨਹੀਂ ਹੋ ਰਹੀ। ਮਹਾਰਾਜ ਫਰਮਾਉਂਦੇ ਨੇ ਜਬ ਕੁੰਭਕ ਭਰਪੁਰ ਲੀਣਾ, ਕੁੰਭਕ ਜਿਵੇਂ ਘੜਾ ਪਾਣੀ ਦਾ ਭਰਿਆ ਹੋਵੇ, ਇਸ ਤਰ੍ਹਾਂ ਮਨ ਕੁੰਭ ਘੜਾ ਬਣਿਆ ਹੋਇਆ, ਵਾਸ਼ਨਾਵਾਂ ਦੇ ਪਾਣੀ ਨਾਲ ਭਰੀ ਜਾਈਦਾ, ਇਹਨੂੰ ਹਰ ਵੇਲੇ ਭਰੀ ਜਾਈਦਾ। ਮਨ ਨੂੰ ਹੀ ਭਰਨ ਦੇ ਉੱਤੇ ਮਨੁੱਖ ਦਾ ਜ਼ੋਰ ਲੱਗਾ। ਕਹਿੰਦੇ ਵਾਸ਼ਨਾ ਨਾਲ ਇਹ ਕੁੰਭ ਵਾਂਗ ਭਰਿਆ ਹੋਇਆ ਮਨ ਹੁਣ ਇਹ ਭਾਂਡਾ ਖਾਲੀ ਹੋ ਕੇ ਪਰਮੇਸ਼ਰ ਵਿੱਚ ਲੀਨ ਹੋ ਗਿਆ। ਇਹਨੇ ਆਪਣੀ ਅੜੀ ਛੱਡ ਦਿੱਤੀ, ਆਪਣਾ ਸੁਭਾਅ ਛੱਡ ਦਿੱਤਾ। ਤਾਂ ਬਾਜੇ ਅਨਹਤ ਬੀਣਾ, ਕਹਿੰਦੇ ਨੇ ਹੁਣ ਮੇਰੇ ਅੰਦਰ ਵੀਣਾ, ਵੀਣਾ ਦਾ ਮਤਲਬ ਹੁੰਦਾ ਇੱਕ ਐਸਾ ਸਾਜ਼
ਜਿਹੜਾ ਲਗਾਤਾਰ ਵੱਜ ਰਿਹਾ, ਭਾਵ ਸਹਿਜ ਤੇ ਆਨੰਦ ਦੀ ਐਸੀ ਅਵਸਥਾ ਬਣੀ ਹੋਈ ਹੈ ਜਿਹਦੇ ਵਿੱਚ ਵਿਘਨ ਨਹੀਂ ਪੈਂਦਾ। ਲਗਾਤਾਰ ਮੈਂ ਉਹਦਾ ਆਨੰਦ ਲੈ ਰਿਹਾ, ਉਹਨੂੰ ਮਾਣ ਰਿਹਾ। ਬਖਤੈ ਬਕ ਸ਼ਬਦ ਸੁਣਾਇਆ। ਬਖਤਾ ਕਹਿੰਦੇ ਨੇ ਕਹਿਣ ਵਾਲੇ ਨੂੰ ਵਕਤਾ। ਗੁਰੂ ਵਕਤਾ ਹੈ, ਗੁਰੂ ਉਪਦੇਸ਼ ਸੁਣਾਉਣ ਵਾਲਾ ਹੈ। ਗੁਰੂ ਨੇ ਉਪਦੇਸ਼ ਸੁਣਾਇਆ, ਮੱਤ ਦਿੱਤੀ, ਸੋਝੀ ਦਿੱਤੀ, ਆਪਣਾ ਉਪਦੇਸ਼ ਮੇਰੇ ਕੰਨਾਂ 'ਚ ਪਾਇਆ। ਸੁਣਤੈ ਸੁਣ ਮਨ ਵਸਾਇਆ, ਤੇ ਮਨ ਸਰੋਤੇ ਨੇ ਉਹਨੂੰ ਸੁਣ ਕੇ ਆਪਣੇ ਅੰਦਰ ਧਾਰਨ ਕਰ ਲਿਆ। ਸੁਣਾਉਣ ਵਾਲਾ ਵੀ ਜਦੋਂ ਕਾਮਲ ਹੋਵੇ ਤੇ ਸੁਣਨ ਵਾਲੇ ਦੀ ਸਥਿਤੀ ਵੀ ਸਹੀ ਹੋਵੇ, ਤੇ ਵਕਤਾ ਕੌਣ ਹੈ? ਗੁਰੂ। ਤੇ ਸਰੋਤਾ ਕੌਣ ਹੈ? ਸੁਰਤ। ਇਹਨੂੰ ਕਿਹਾ ਕਬੀਰ ਸਾਹਿਬ ਮਹਾਰਾਜ ਨੇ, ਦੂ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਗੁਰੂ ਦਾ ਸ਼ਬਦ ਸਿੱਖ ਦੀ ਸੁਰਤ ਦੀ ਜਦੋਂ ਅਟੈਚਮੈਂਟ ਬਣਦੀ ਹੈ, ਸਾਂਝ ਬਣਦੀ ਹੈ, ਤਾਂ ਇਹ ਸੁਰਤ, ਇਹ ਮਨ ਪਰਮੇਸ਼ਰੀ ਸੱਤਾ ਵਿੱਚ ਵਿਲੀਨ ਹੋ ਜਾਂਦਾ ਹੈ, ਵਾਹਿਗੁਰੂ ਦੇ ਹੁਕਮ 'ਚ ਰਾਜੀ ਹੋ ਜਾਂਦਾ। ਕਰ ਕਰਤਾ ਉਤਰਸ ਪਾਰਨ, ਫਿਰ ਮਨ ਸਦਾ ਹੀ ਉਸ ਕਰਤੇ ਨੂੰ ਜਪ ਜਪ ਕੇ, ਹੇ ਪਰਮੇਸ਼ਰ ਤੂੰ ਹੀ ਹੈ, ਤੂੰ ਹੀ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਨਹੀਂ, ਤੂੰ ਬੇਅੰਤ ਹੈ, ਤੂੰ ਅਗੰਮ ਹੈ। ਉਸ ਵਾਹਿਗੁਰੂ ਦੀਆਂ ਵਡਿਆਈਆਂ ਬਸ ਤੂੰ ਹੀ ਕਹਿੰਦਾ ਹੈ, ਕਰਤਾ ਕਰਤਾ ਕਰਦਾ ਹੈ। ਤੇ ਇਵੇਂ ਕਹਿ ਕਹਿ ਕੇ ਉਸ ਕਰਤੇ ਦੀ ਸਿਫਤ ਸਲਾਹ ਨਾਲ ਜੁੜ ਕੇ ਸੰਸਾਰ ਭਵਜਲ ਤੋਂ ਪਾਰ ਹੁੰਦਾ ਹੈ। ਕਹੇ ਕਬੀਰਾ ਸਾਰੰਗ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਮੈਂ ਤਾਂ ਭਾਈ ਨਿਚੋੜ ਦੀ ਗੱਲ ਕਹੀਏ, ਸਾਰ ਤੱਤ ਦੀ ਗੱਲ ਤੁਹਾਡੇ ਨਾਲ ਸਾਂਝ ਪਾਈਏ ਵੀ ਅੰਦਰ ਪੂਰਨ ਖੜਾਓ ਉਤਸ਼ਾਹ ਆਤਮਕ ਆਨੰਦ ਦੀ ਅਵਸਥਾ ਕਿਵੇਂ ਬਣਦੀ ਏ। ਉਹ ਅਵਸਥਾ ਜਿਸ ਸੁਰਤ ਵਿੱਚ ਭਟਕਣਾ ਨਹੀਂ, ਜਿਹੜੀ ਆਤਮਾ ਵਿਸ਼ੇ ਵਿਕਾਰਾਂ 'ਚ ਕਮਜ਼ੋਰ ਨਹੀਂ ਪੈਂਦੀ, ਤੇ ਜਿੱਥੇ ਆਤਮਕ ਮੌਤ ਦਾ ਭੈ ਨਹੀਂ, ਐਸੀ ਉਨਮਨ ਖਿੜਾਓ ਦੀ ਅਵਸਥਾ ਇਵੇਂ ਮਿਲਦੀ ਹੈ। ਇਹ ਨਿਚੋੜ ਦੀ ਬਾਤ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸਾਹਿਬ ਕਿਰਪਾ ਕਰਨ, ਭਗਤ ਕਬੀਰ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਸਾਡੇ ਮਨ ਹਿਰਦੇ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।